ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 22 ਫਰਵਰੀ ਹੈ, ਦਿਨ ਮੰਗਲਵਾਰ ਹੈ। ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਵੋਟਾਂ ਦੀਆਂ ਖਬਰਾਂ ਨਹੀਂ ਦੱਸਾਂਗੇ। ਸਭ ਤੋਂ ਪਹਿਲਾਂ ਅੱਜ ਮੌਸਮ ਦੀ ਜਾਣਕਾਰੀ ਦਿੰਦੇ ਹਾਂ, ਕਿਉਂਕਿ ਮੌਸਮ ਦੇ ਵਿੱਚ ਕੁਝ ਬਦਲਾਅ ਆਉਣ ਵਾਲਾ ਹੈ ਅੱਜ ਤੇ ਕੱਲ੍ਹ ਦੇ ਲਈ। ਪੰਜਾਬ ਦੇ ਵਿੱਚ ਪਿਛਲੇ 8-10 ਦਿਨਾਂ ਤੋਂ ਭਾਵੇਂ ਤਿੱਖੀ ਧੁੱਪ ਪੈ ਰਹੀ ਸੀ, ਬੇਸ਼ੱਕ ਠੰਡ ਤੋਂ ਰਾਹਤ ਮਿਲੀ ਹੈ, ਪਰ ਪੱਛਮੀ ਗੜਬੜੀ ਦੇ ਚੱਲਦਿਆਂ ਆਉਣ ਵਾਲੇ 2 ਦਿਨਾਂ ਦੇ ਲਈ ਪੰਜਾਬ 'ਚ ਮੁੜ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਸੰਕੇਤ ਦਿੱਤੇ ਨੇ ਕਿ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬਾ ਖੇਤਰਾਂ ਦੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਤੇ ਕਿਣਮਿਣ ਪੈ ਸਕਦੀ ਹੈ। 22 ਤੇ 23 ਫਰਵਰੀ ਅੱਜ ਤੇ ਕੱਲ੍ਹ ਨੂੰ ਸੂਬੇ ਭਰ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਕੁਝ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਵੀ ਪੈ ਸਕਦਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਦੇ ਵਿੱਚ 90%, ਤਰਨਤਾਰਨ, ਕਪੂਰਥਲਾ, ਜਲੰਧਰ, ਫਗਵਾੜਾ, ਨਵਾਂ ਸ਼ਹਿਰ ਵਿੱਚ 70 ਤੋਂ 80% ਤੱਕ ਕਿਣਮਿਣ ਹੋਣ ਦੇ ਅਸਾਰ ਨੇ, ਜਦਕਿ ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ ਵਿੱਚ ਵੀ 50 ਤੋਂ 60% ਕਿਣਮਿਣ ਹੋ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਿਕ ਕੱਲ੍ਹ ਵੀ ਪੰਜਾਬ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਆਮ ਦੇ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਹੀ ਸੀ। ਤੇ ਅੱਜ ਤੇ ਕੱਲ੍ਹ ਨੂੰ ਵੀ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਥੱਲੇ ਡਿੱਗ ਸਕਦਾ ਹੈ। ਸੋ ਹਾਲੇ ਠੰਡ ਪੂਰੀ ਤਰ੍ਹਾਂ ਗਈ ਨਹੀਂ ਹੈ। ਸਵੈਟਰ ਕੋਟੀਆਂ ਤਾਂ ਹੁਣ ਵੀ ਪੈਂਦੀਆਂ ਨੇ। ਸਵੇਰੇ ਸ਼ਾਮ ਦੀ ਠੰਡ ਵਧੀਆ ਹੁੰਦੀ ਹੈ ਤੇ ਆਹ 2 ਦਿਨਾਂ ਦੇ ਵਿੱਚ ਜਦੋਂ ਮੌਸਮ ਦੇ ਵਿੱਚ ਗੜਬੜੀ ਰਹੇਗੀ, ਹਵਾਵਾਂ ਚੱਲਣ ਦੇ ਨਾਲ ਵੈਸੇ ਵੀ ਠੰਡ ਥੋੜੀ ਜ਼ਿਆਦਾ ਲੱਗਦੀ ਹੈ। ਸੋ ਸਾਰੇ ਆਪਣਾ ਧਿਆਨ ਰੱਖਿਓ। ਕੱਲ੍ਹ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਸਿੱਖ ਕੌਮ ਦੇ ਵੱਲੋਂ ਮਨਾਈ ਗਈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਖਾਸ ਸਮਾਗਮ ਕਰਵਾਏ ਗਏ। ਸਮਾਗਮਾਂ ਦੌਰਾਨ 1921 ਵਿੱਚ ਵਾਪਰੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਾਸ ਤੌਰ ਤੇ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਕਰਵਾਏ ਸਮਾਗਮਾਂ 'ਚ ਪਹੁੰਚੇ। ਅਟਾਰੀ ਵਾਹਗਾ ਸਰਹੱਦ ਰਾਹੀਂ ਉਹ ਪਾਕਿਸਤਾਨ ਇੱਕ ਦਿਨ ਪਹਿਲਾਂ ਗਏ ਸਨ। ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ ਅਤੇ ਇਤਿਹਾਸਿਕ ਜੰਡ ਦੇ ਨੇੜੇ ਪੰਡਾਲ ਸਜਾਇਆ ਗਿਆ, ਜਿੱਥੇ ਸਾਕਾ ਨਨਕਾਣਾ ਸਾਹਿਬ ਵੇਲੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ। ਇਸ ਵਾਰ ਸਾਕੇ ਦਾ 121ਵਾਂ ਵਰ੍ਹਾ ਮਨਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਬਦੌਲਤ ਹੀ ਅੱਜ ਗੁਰੂ ਘਰਾਂ ਦਾ ਪ੍ਰਬੰਧ ਸੰਗਤ ਦੇ ਹੱਥਾਂ ਵਿੱਚ ਹੈ। SGPC ਵੱਲੋਂ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਸਮਾਗਮ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਨੇ ਕੀਰਤਨ ਗਾਇਨ ਕੀਤਾ। ਇਸੇ ਤਰ੍ਹਾਂ ਇੱਕ ਹੋਰ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਨਿਰੋਲ ਸੇਵਾ ਸੰਸਥਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਉਂਦੀ 28 ਫਰਵਰੀ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਤੱਕ 13ਵਾਂ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ। ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ 6 ਮਾਰਚ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇਗਾ। ਮੁਕਤਸਰ ਦੇ ਗੁਰਦੁਆਰਾ ਗੁਪਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਕਰਤਾਰਪੁਰ ਸਾਹਿਬ ਵਿਖੇ ਪਹੁੰਚੇਗਾ। ਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਹੁਣ ਤੱਕ 500 ਜਣਿਆਂ ਨੇ ਸੰਸਥਾ ਦੇ ਕੋਲ ਆਪਣੀ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ। ਲਖੀਮਪੁਰ ਖੀਰੀ ਕਤਲਕਾਂਡ ਦੇ ਪੀੜਤ ਕਿਸਾਨ ਪਰਿਵਾਰ ਵੀ ਹੁਣ ਸੁਪਰੀਮ ਕੋਰਟ ਪਹੁੰਚੇ ਨੇ ਤੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਹੈ, ਜਿਹੜਾ ਮੁੱਖ ਮੁਲਜ਼ਮ ਹੈ ਜਿਸ ਨੇ ਆਪਣੀ ਥਾਰ ਥੱਲੇ ਕਿਸਾਨਾਂ ਨੂੰ ਦਰੜ ਦਿੱਤਾ ਸੀ ਤੇ ਜਿਹੜਾ ਹੁਣ ਜ਼ਮਾਨਤ ਤੇ ਜੇਲ੍ਹ ਵਿੱਚੋਂ ਰਿਹਾ ਹੋ ਗਿਆ। ਕਿਸਾਨ ਲੀਡਰ ਵੀ ਮੰਗ ਕਰ ਰਹੇ ਨੇ ਕਿ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਸੀ, ਉਸ ਦੀ ਜ਼ਮਾਨਤ ਤੇ ਸੁਪਰੀਮ ਕੋਰਟ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ। ਹਾਈ ਕੋਰਟ ਨੇ ਦਲੀਲਾਂ ਦੀ ਘਾਟ ਮੰਨਦੇ ਹੋਏ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਸੀ। ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਇਹ ਖਦਸ਼ਾ ਜਤਾ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਤੇ ਕੇਂਦਰ ਸਰਕਾਰ ਮੁੜ ਹੱਲਾ ਬੋਲੇਗੀ। ਉਹਨਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵਾਪਸ ਲਏ 3 ਖੇਤੀ ਕਾਨੂੰਨਾਂ ਨੂੰ ਮੂਲ ਰੂਪ ਵਿੱਚ ਵਾਪਸ ਨਾ ਵੀ ਲੈ ਕੇ ਆਵੇ, ਪਰ ਕੇਂਦਰ ਨਵੇਂ ਰੰਗ ਰੂਪ ਵਾਲੇ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆ ਸਕਦੀ ਹੈ। ਉਹਨਾਂ ਕਿਹਾ ਕਿ ਬੀਜੇਪੀ ਦੀ ਸਰਕਾਰ ਦੇ ਵੱਲੋਂ ਪੰਜਾਬ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਿਸਾਨੀ ਤੇ ਵੱਡਾ ਹੱਲਾ ਬੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੁਨੀਲ ਜਾਖੜ ਦੇ ਵੱਲੋਂ ਦਿੱਤਾ ਇਹ ਬਿਆਨ ਸੱਚਮੁੱਚ ਕਾਫੀ ਚਿੰਤਾ ਵਾਲਾ ਹੈ ਤੇ ਕਿਸਾਨਾਂ ਨੂੰ ਹੁਣ ਤੋਂ ਹੀ ਲਾਮਬੰਦੀ ਕਰਨੀ ਪਏਗੀ ਜੇ ਅਜਿਹਾ ਕੁਝ ਹੋਣ ਵਾਲਾ ਹੈ। ਜਿਹੜੀਆਂ ਕਿਸਾਨ ਧਿਰਾਂ ਨੇ ਚੋਣਾਂ ਲੜੀਆਂ ਨੇ ਉਹਨਾਂ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨ ਲੀਡਰਾਂ ਨੇ ਏਕੇ ਦੇ ਮੰਤਰ ਨੂੰ ਲਾਂਭੇ ਰੱਖ ਕੇ ਚੋਣਾਂ ਲੜੀਆਂ ਨੇ, ਜਿਸ ਤੇ ਦੂਰਗਾਮੀ ਨਤੀਜੇ ਸਾਡੇ ਸਾਹਮਣੇ ਆਉਣਗੇ। ਉਹਨਾਂ ਨੇ ਕਿਹਾ ਕਿ ਜਿਵੇਂ ਹੀ ਕੇਂਦਰ ਸਰਕਾਰ ਚੋਣ ਨਤੀਜਿਆਂ ਵਿੱਚ ਸੰਯੁਕਤ ਸਮਾਜ ਮੋਰਚੇ ਦੀ ਕਾਰਗੁਜ਼ਾਰੀ ਦੇਖੇਗੀ ਤਾਂ ਭਾਜਪਾ ਇਸ ਕਾਰਗੁਜ਼ਾਰੀ ਦੇ ਆਧਾਰ ਤੇ ਸਿੱਧੇ ਤੌਰ ਤੇ ਦਿੱਲੀ ਵਿੱਚ ਚੱਲੇ ਕਿਸਾਨ ਘੋਲ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕਰਨਗੇ। ਜਾਖੜ ਨੇ ਕਿਹਾ ਕਿ ਚੋਣਾਂ ਵਿੱਚ ਉਤਰੀਆਂ ਕਿਸਾਨ ਧਿਰਾਂ ਨੂੰ ਚੋਣਾਂ ਲੜਨ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਸਹਿਯੋਗ ਤੇ ਏਕੇ ਨਾਲ ਚੋਣ ਮੈਦਾਨ 'ਚ ਉਤਰਨਾ ਚਾਹੀਦਾ ਸੀ, ਪਰ ਕਿਸਾਨ ਧਿਰਾਂ ਨੇ ਕਾਹਲੀ 'ਚ ਕਦਮ ਚੁੱਕਿਆ, ਜਿਸ ਦੇ ਨਤੀਜੇ ਸਾਹਮਣੇ ਆਉਣਗੇ।
ਤੇ ਕਿਸਾਨ ਧਿਰਾਂ ਦੀ ਮਾੜੀ ਚੋਣ ਕਾਰਗੁਜ਼ਾਰੀ ਹੀ ਦਿੱਲੀ ਦੇ ਅੰਦੋਲਨ ਵਿੱਚ ਹੋਈਆਂ ਸ਼ਹਾਦਤਾਂ ਤੇ ਮਿੱਟੀ ਪਾਉਣ ਦੇ ਤੁੱਲ ਹੋਵੇਗੀ ਤੇ ਇਸ ਨਾਲ ਬੀਜੇਪੀ ਦੇ ਹੌਸਲੇ ਬੁਲੰਦ ਹੋਣਗੇ ਜੋ ਕੌਮੀ ਪੱਧਰ ਤੇ ਕਿਸਾਨੀ ਨੂੰ ਮੁੜ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ। ਤੇ ਜਾਖੜ ਨੇ ਵੀ ਕਿਹਾ ਕਿ ਇਸ ਕਦਮ ਦੇ ਨਾਲ ਕਿਸਾਨਾਂ ਦੇ ਦੁਸ਼ਮਣਾਂ ਦੇ ਹੱਥ ਇੱਕ ਹੋਰ ਮੌਕਾ ਲੱਗ ਜੂਗਾ ਤੇ ਕਿਸਾਨ ਅੰਦੋਲਨ ਵਿੱਚ ਹੋਈ ਜਿੱਤ ਨੂੰ ਇਹ ਚੋਣ ਨਤੀਜੇ ਜ਼ਰੂਰ ਢਾਹ ਲਾਉਣਗੇ। ਸੋ ਜੇ ਸੁਨੀਲ ਜਾਖੜ ਦੇ ਕਹੇ ਮੁਤਾਬਿਕ ਅਜਿਹਾ ਕੁਝ ਹੋਣ ਵਾਲਾ ਹੈ ਜਾਂ ਹੋਵੇਗਾ ਤਾਂ ਇਹ ਵੱਡੀ ਤਰਾਸਦੀ ਹੋਵੇਗੀ, ਦੁੱਖ ਦੀ ਗੱਲ ਹੋਵੇਗੀ ਉਹਨਾਂ ਕਿਸਾਨਾਂ ਦੇ ਲਈ ਜਿਹੜੇ ਇਸ ਕਿਸਾਨੀ ਘੋਲ ਦੇ ਵਿੱਚ 1 ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ, ਜਿਨ੍ਹਾਂ ਨੇ ਆਪਣੇ ਸਾਥੀ ਕਿਸਾਨਾਂ ਨੂੰ 750 ਦੀ ਗਿਣਤੀ ਦੇ ਵਿੱਚ ਕਿਸਾਨਾਂ ਦੀਆਂ ਜਾਨਾਂ ਗਵਾ ਦਿੱਤੀਆਂ। ਅਤੇ ਇਹ ਵੀ ਬੜੇ ਦੁੱਖ ਦੀ ਗੱਲ ਹੋਏਗੀ ਕਿ ਮੋਰਚੇ ਨੂੰ ਲੀਡ ਕਰਨ ਵਾਲੇ ਬਲਵੀਰ ਸਿੰਘ ਰਾਜੇਵਾਲ ਹੀ ਇਸ ਸਭ ਕਾਸੇ ਦੇ ਜ਼ਿੰਮੇਦਾਰ ਹੋਣਗੇ। ਜਾਖੜ ਨੇ ਵੀ ਦੱਸਿਆ ਕਿ ਨਵੇਂ ਕੇਂਦਰੀ ਬਜਟ ਵਿੱਚ ਕੇਂਦਰ ਸਰਕਾਰ ਨੇ ਖੇਤੀ ਸਬਸਿਡੀ ਤੇ ਕੱਟ ਲਾ ਦਿੱਤਾ ਹੈ। ਕੇਂਦਰ ਨੇ 40,000 ਕਰੋੜ ਰੁਪਏ ਦੀ ਖਾਦ ਸਬਸਿਡੀ ਘਟਾ ਦਿੱਤੀ ਹੈ। ਜਿਣਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਬਾਰੇ ਹਾਲੇ ਤੱਕ ਕੇਂਦਰ ਨੇ ਕੋਈ ਕਮੇਟੀ ਨਹੀਂ ਬਣਾਈ ਤੇ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਕਰਨਾਟਕਾ ਦੇ ਵਿੱਚ ਹਿਜਾਬ ਵਿਵਾਦ ਹਾਲੇ ਚੱਲ ਰਿਹਾ ਹੈ। ਇਸੇ ਦਰਮਿਆਨ ਇੱਕ ਬਜਰੰਗ ਦਲ ਦੇ ਕਾਰਕੁਨ ਦਾ ਕਤਲ ਹੋ ਗਿਆ, ਜਿਸ ਤੋਂ ਬਾਅਦ ਕਰਨਾਟਕਾ ਦੇ ਵਿੱਚ ਤਣਾਅ ਹੋ ਗਿਆ। ਸ਼ਿਵਾ ਮੋਗਾ ਦੇ ਵਿੱਚ ਜਦੋਂ ਉਸ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ ਤਾਂ ਹਿੰਸਾ ਭੜਕ ਗਈ। ਅੱਗ ਦੇ ਹਵਾਲੇ ਕਈ ਵਾਹਨ ਕਰ ਦਿੱਤੇ ਗਏ। 3 ਜਣੇ ਇੱਥੇ ਜ਼ਖਮੀ ਹੋਏ ਨੇ। ਪੁਲਿਸ ਨੇ 3 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪੰਜਾਬ ਚੋਣਾਂ ਦੀ ਗੱਲ ਕਰ ਲਈਏ ਤਾਂ ਵੋਟ ਫੀਸਦ ਐਤਕੀ ਘਟਿਆ ਹੈ ਤੇ ਵੋਟ ਫੀਸਦ ਘਟਣ ਤੋਂ ਬਾਅਦ ਸਿਆਸੀ ਪਾਰਟੀਆਂ ਸ਼ਸ਼ੋਪੰਜ ਦੇ ਵਿੱਚ ਪੈ ਗਈਆਂ ਨੇ। ਚੋਣ ਕਮਿਸ਼ਨ ਨੇ ਫਾਈਨਲ ਅੰਕੜੇ ਹੁਣ ਜਾਰੀ ਕਰ ਦਿੱਤੇ ਨੇ। ਐਤਕੀ 72% ਲੋਕਾਂ ਨੇ ਵੋਟਿੰਗ ਦੇ ਵਿੱਚ ਹਿੱਸਾ ਲਿਆ ਹੈ, ਆਪਣੀਆਂ ਵੋਟਾਂ ਪਾਈਆਂ ਨੇ, ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ। 5% ਵੋਟ ਸ਼ੇਅਰ ਪਿਛਲੇ ਵਾਰ ਦੇ ਨਾਲੋਂ ਘਟਿਆ ਹੈ ਤੇ ਸਿਆਸੀ ਪਾਰਟੀਆਂ ਤੇ ਚੋਣ ਵਿਸ਼ਲੇਸ਼ਕ ਨੇ ਜਿਹੜੇ ਉਹ ਵੀ ਜਿੱਤ ਹਾਰ ਦਾ ਅੰਦਾਜ਼ਾ ਨਹੀਂ ਲਾ ਪਾ ਰਹੇ। ਹਰ ਕੋਈ ਇਹੀ ਸਵਾਲ ਪੁੱਛ ਰਿਹਾ ਕੀ ਬਣੂ ਐਤਕੀ ਵੋਟਾਂ ਦਾ, ਕਿਹੜੀ ਸਰਕਾਰ ਬਣੂ। ਸੋ ਇਹੀ ਸਵਾਲ ਜਦੋਂ ਵੀ ਕੋਈ ਕਿਸੇ ਨੂੰ ਫੋਨ ਕਰਦਾ ਹੈ, ਦੋਸਤ ਮਿੱਤਰ ਤੁਹਾਡੇ ਨਾਲ ਵੀ ਇੰਝ ਹੁੰਦਾ ਹੋਣਾ, ਜਦੋਂ ਕਿਸੇ ਦਾ ਫੋਨ ਆਉਂਦਾ, ਰਿਸ਼ਤੇਦਾਰ ਦਾ ਵੀ ਫੋਨ ਆਉਂਦਾ ਤਾਂ ਇੱਕੋ ਹੀ ਸਵਾਲ ਹੁੰਦਾ, ਕੋਈ ਹਾਲ ਚਾਲ ਨਹੀਂ ਪੁੱਛਦਾ। ਹੁਣ ਸਭ ਤੋਂ ਪਹਿਲਾਂ ਇਹੀ ਪੁੱਛਦਾ ਹੈ ਸਰਕਾਰ ਕਿਹਦੀ ਬਣੂ। ਸੋ ਇਹ ਗੱਲ ਕਿਸੇ ਨੂੰ ਨਹੀਂ ਪਤਾ ਲੱਗ ਰਹੀ ਕਿ ਸਰਕਾਰ ਕਿਹਦੀ ਬਣੂਗੀ। ਤੇ ਅਜਿਹੇ ਹਾਲਾਤਾਂ ਦੇ ਵਿੱਚ ਗੱਠਜੋੜ ਦੀ ਬੜੀ ਚਰਚਾ ਹੋਣ ਲੱਗ ਪਈ ਹੈ। ਲੱਗ ਰਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੂਗਾ ਤੇ ਇਹ ਵੀ ਲੱਗ ਰਿਹਾ ਹੈ ਕਿ ਜੇ ਵੋਟ ਫੀਸਦ ਘਟੇ, ਵੋਟਾਂ ਪਿਛਲੀ ਵਾਰੀ ਨਾਲੋਂ ਘੱਟ ਪੈਣ ਤਾਂ ਫਿਰ ਜਿਹੜੀ ਸੱਤਾ ਧਿਰ ਹੁੰਦੀ ਹੈ ਉਹੀ ਰਿਪੀਟ ਹੁੰਦੀ ਹੈ। ਇਸੇ ਦਰਮਿਆਨ ਇਹ ਵੀ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਤਾਂ ਸੇਵਾ ਮੁਕਤ ਤੇ ਮੌਜੂਦਾ ਅਧਿਕਾਰੀਆਂ ਦੇ ਨਾਲ ਬੈਠਕਾਂ ਵੀ ਸ਼ੁਰੂ ਕਰ ਦਿੱਤੀਆਂ ਨੇ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਦੇ ਸੁਪਨੇ ਲੈ ਰਿਹਾ ਹੈ, ਜਦਕਿ ਕਾਂਗਰਸ ਵੀ ਸੱਤਾ ਤੇ ਕਾਬਜ਼ ਰਹਿਣ ਦੇ ਸੁਪਨੇ ਦੇਖ ਰਹੀ ਹੈ। ਬੜੇ ਕੌਨਫੀਡੈਂਸ ਦੇ ਵਿੱਚ ਕਾਂਗਰਸ ਦੇ ਲੀਡਰ ਦਿਖਾਈ ਦੇ ਰਹੇ ਨੇ ਤੇ ਉਧਰ ਆਮ ਆਦਮੀ ਪਾਰਟੀ ਦੀ ਜਿਹੜੀ ਹਵਾ ਬਣੀ ਸੀ ਉਸ ਹਵਾ ਨੂੰ ਖੋਰਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਕਿ ਮਾਨ ਦਲ ਦੇ ਹੱਕ ਵਿੱਚ ਜਿਹੜੀ ਹਨੇਰੀ ਵਗੀ ਪਿਛਲੇ ਦਿਨਾਂ ਦੇ ਵਿੱਚ ਉਸਨੇ ਆਮ ਆਦਮੀ ਪਾਰਟੀ ਦੀ ਵੋਟ ਨੂੰ ਹੀ ਖੋਰਾ ਲਾਇਆ ਹੈ ਤੇ ਐਤਕੀ ਮਾਨ ਦਲ ਦਾ ਵੋਟ ਸ਼ੇਅਰ ਜ਼ਰੂਰ ਵਧੇਗਾ। ਤੇ ਇਹ ਤਾਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ ਐਤਕੀ ਆਪਣੀ ਸੀਟ ਕੱਢਣਗੇ ਤੇ ਵਿਧਾਨ ਸਭਾ ਦੀ ਕੁਰਸੀ ਮੱਲ ਲੈਣਗੇ। ਸੰਯੁਕਤ ਸਮਾਜ ਮੋਰਚੇ ਬਾਰੇ ਹਲੇ ਕੋਈ ਸੀਟ ਪਤਾ ਨਹੀਂ ਲੱਗ ਰਹੀ ਕਿ ਕਿਹੜੀ ਕਲੀਅਰ ਹੋਣੀ ਹੈ। ਮੌੜ ਵਾਲੀ ਸੀਟ ਹੈ ਜਿਹੜੀ ਲੱਖਾ ਸਿਧਾਣਾ ਵਾਲੀ ਸੀਟ ਹੈ, ਉਸ ਤੇ ਥੋੜੀ ਹੈਗੀ ਹੈ ਆਸ ਕਿ ਉਹ ਜਿੱਤ ਸਕਦੇ ਨੇ। ਇਸੇ ਤਰ੍ਹਾਂ ਲੋਕ ਇਨਸਾਫ ਪਾਰਟੀ ਹੈ ਜਿਹੜੀ ਉਸਦੇ ਦੋਵੇਂ ਵਿਧਾਇਕ ਜਿਹੜੇ ਹਰ ਵਾਰੀ ਜਿੱਤਦੇ ਨੇ ਬੈਂਸ ਭਰਾ, ਉਹਨਾਂ ਤੇ ਆਸ ਹੈ ਕਿ ਦੋਵੇਂ ਆਪਣੀ ਸੀਟ ਕੱਢ ਜਾਣਗੇ। ਪਰ ਵੱਡੇ ਜਿਹੜੇ ਸਿਆਸੀ ਚਿਹਰੇ ਨੇ, ਵੱਡੇ ਦਿੱਗਜ ਨੇ, ਉਹਨਾਂ ਦੇ ਸਿੰਘ ਆਪਸ ਦੇ ਵਿੱਚ ਫਸੇ ਹੋਏ ਨੇ ਵਿਰੋਧੀ ਉਮੀਦਵਾਰਾਂ ਦੇ ਨਾਲ। ਸੁਖਬੀਰ ਬਾਦਲ ਨੂੰ ਛੱਡ ਕੇ ਕਿਸੇ ਦੀ ਵੀ ਸੀਟ ਕਲੀਅਰ ਨਹੀਂ ਮੰਨੀ ਜਾ ਰਹੀ। ਸੋ ਦੇਖਦੇ ਹਾਂ 10 ਤਰੀਕ ਨੂੰ ਹੁੰਦਾ ਕੀ ਹੈ। ਤੇ ਵੋਟਾਂ ਤੋਂ ਅਗਲੇ ਦਿਨ ਅਦਾਕਾਰ ਸੋਨੂ ਸੂਦ ਖਿਲਾਫ ਮੋਗਾ ਦੇ ਵਿੱਚ ਕੇਸ ਦਰਜ ਹੋਇਆ ਹੈ। ਵੋਟਾਂ ਤੋਂ ਅਗਲੇ ਦਿਨ ਫਰੀਦਕੋਟ ਦੇ 3 ਪਿੰਡਾਂ ਦੇ ਵਿੱਚ ਟਕਰਾਅ ਵੀ ਦੇਖਣ ਨੂੰ ਮਿਲਿਆ ਹੈ। ਵੋਟਾਂ ਪੈਣ ਵਾਲੀ ਰਾਤ ਨੂੰ ਹੀ ਟਕਰਾਅ ਹੋ ਗਿਆ ਸੀ। ਹਲਕੇ ਦੇ ਪਿੰਡ ਮਚਾਕੀ ਖੁਰਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਜ਼ਖਮੀ ਹੋਏ। 2 ਥਾਈਂ ਔਰਤਾਂ ਦੇ ਨਾਲ ਦੁਰਵਿਵਹਾਰ ਦੀਆਂ ਖਬਰਾਂ ਮਿਲੀਆਂ ਨੇ। ਇਸੇ ਤਰ੍ਹਾਂ ਲੰਬੀ ਦੇ ਵਿੱਚ ਅਕਾਲੀ ਵਰਕਰਾਂ ਨੇ ਸਰਕਲ ਪ੍ਰਧਾਨ ਦੇ ਪਤੀ ਦੀ ਕੁੱਟਮਾਰ ਕੀਤੀ ਹੈ। ਤੇ ਭਦੌੜ ਦੇ ਵਿੱਚ ਲਾਭ ਸਿੰਘ ਉਗੋ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਡਰਾਈਵਰ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਾਂਗਰਸੀ ਲੀਡਰ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਹੈ। ਬੀਜੇਪੀ ਦੇ ਲੀਡਰ ਅਸ਼ਵਨੀ ਸ਼ਰਮਾ ਕਹਿ ਰਹੇ ਨੇ ਕਿ ਪੰਜਾਬ 'ਚ NDA ਦੀ ਸਰਕਾਰ ਬਣੇਗੀ
ਤੇ ਐਤਕੀ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਵੋਟਾਂ ਪਾਈਆਂ ਨੇ ਨੌਜਵਾਨਾਂ ਨੇ, ਉਹ ਸਿਆਸੀ ਸਮੀਕਰਨ ਬਦਲ ਸਕਦੇ ਨੇ। ਰਵਾਇਤੀ ਪਾਰਟੀਆਂ ਵੀ ਮੰਥਨ ਕਰਨ ਲੱਗੀਆਂ ਨੇ ਕਿਉਂਕਿ ਨੌਜਵਾਨ ਨੇ ਜਿਹੜੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟ ਪਾਈ ਹੈ ਤੇ ਇਹ ਵੋਟ ਬਦਲਾਅ ਦੇ ਲਈ ਪਈ ਹੈ ਤੇ ਬਦਲਾਅ ਹੈ ਜਿਹੜਾ ਉਹ ਕਿਹੜੀ ਪਾਰਟੀ ਦੇ ਆਉਣ ਨਾਲ ਮੰਨਿਆ ਜਾ ਰਿਹਾ ਹੈ ਇਹ ਆਪਾਂ ਨੂੰ ਸਭ ਨੂੰ ਪਤਾ ਹੈ। ਤੇ ਵੋਟਾਂ ਤੋਂ ਬਾਅਦ ਲਗਾਤਾਰ ਇਹੀ ਚਰਚਾ ਚੱਲ ਰਹੀ ਹੈ। ਹਾਲਾਂਕਿ ਲਗਾਤਾਰ ਚੋਣ ਪ੍ਰਚਾਰ ਕਰਨ ਦੇ ਵਿੱਚ ਰੁੱਝੇ ਵਿਧਾਇਕਾਂ ਨੇ ਕੱਲ ਸੁੱਖ ਦਾ ਸਾਹ ਲਿਆ ਹੈ, ਆਪਣੇ ਪਰਿਵਾਰ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਆਪਣੇ ਜਿਹੜੇ ਪਸੰਦੀਦਾ ਕੰਮ ਕਰਕੇ ਉਹਨਾਂ ਨੇ ਸਮਾਂ ਗੁਜ਼ਾਰਿਆ ਹੈ। ਫੁਰਸਤ ਦੇ ਪਲ ਹੁਣ ਇਹ ਬਤੀਤ ਕਰ ਰਹੇ ਨੇ ਲੀਡਰ, ਪਰ ਅੰਦਰ ਹੈ ਜਿਹੜੀ ਉਹ ਅਜੀਬ ਤਰੀਕੇ ਦੀ ਇੱਕ ਅਚਵੀ ਵੀ ਲੱਗੀ ਹੋਈ ਹੈ ਕਿਉਂਕਿ ਪਤਾ ਨਹੀਂ ਲੱਗ ਰਿਹਾ ਸਰਕਾਰ ਕਿਹਦੀ ਬਣਨੀ ਹੈ। ਵੋਟਾਂ ਦੇ ਨਾਲ ਜੁੜੀ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਭੋਆ ਵਿਧਾਨ ਸਭਾ ਹਲਕੇ ਦੇ 7 ਪਿੰਡ ਜਿਹੜੇ ਭਾਰਤ ਪਾਕਿਸਤਾਨ ਹੱਦ ਤੇ ਪੈਂਦੇ ਨੇ ਉਹਨਾਂ ਨੇ ਵੋਟਾਂ ਹੀ ਨਹੀਂ ਪਾਈਆਂ, ਵੋਟਾਂ ਦਾ ਬਾਈਕਾਟ ਕੀਤਾ ਹੈ। 7 ਪਿੰਡਾਂ ਦੇ ਲੋਕਾਂ ਦੀ ਪੱਕੇ ਪੁਲ ਦੀ ਮੰਗ ਪੂਰੀ ਨਾ ਹੋਣ ਤੇ ਉਹਨਾਂ ਨੇ ਬਾਈਕਾਟ ਕੀਤਾ ਹੈ। 3500 ਦੀ ਆਬਾਦੀ ਵਾਲੇ ਇਹ ਪਿੰਡ ਹੈਗੇ ਨੇ, ਮਕੌੜਾ ਪੱਤਣ ਤੇ ਉਸਰੇ ਹੋਏ ਨੇ। ਇਹਨਾਂ 7 ਪਿੰਡਾਂ ਦੇ ਲੋਕਾਂ ਦੀ ਮੰਗ ਲੰਬੇ ਸਮੇਂ ਤੋਂ ਇਹੀ ਹੈ ਕਿ ਮਕੌੜਾ ਪੱਤਣ ਤੇ ਪੱਕਾ ਪੁਲ ਬਣਾਇਆ ਜਾਵੇ, ਪਰ ਹਾਲੇ ਤੱਕ ਕਿਸੇ ਨੇ ਇਹਨਾਂ ਦੀ ਮੰਗ ਨਹੀਂ ਮੰਨੀ। ਇੱਥੇ ਇੱਕ ਪਲਟੂਨ ਪੁਲ ਬਣਿਆ ਹੋਇਆ ਜੋ ਬਾਰਿਸ਼ ਦੇ ਮੌਸਮ ਵਿੱਚ ਜੁਲਾਈ ਤੋਂ ਅਕਤੂਬਰ ਤੱਕ 4 ਮਹੀਨੇ ਲਈ ਚੁੱਕ ਦਿੱਤਾ ਜਾਂਦਾ ਹੈ। ਪੁਲ ਚੁੱਕਣ ਕਾਰਨ ਇਹਨਾਂ ਸਾਰੇ ਪਿੰਡਾਂ ਦਾ ਸੰਪਰਕ ਜ਼ਿਲ੍ਹਾ ਪਠਾਨਕੋਟ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਸਿਰਫ ਕਿਸ਼ਤੀ ਹੀ ਇਹਨਾਂ ਲੋਕਾਂ ਦੀ ਲਾਂਘੇ ਦਾ ਇੱਕਮਾਤਰ ਸਹਾਰਾ ਬਣਦੀ ਹੈ। ਉਹਨਾਂ ਦੇ ਬੱਚੇ ਅੱਜ ਵੀ ਅਨਪੜ੍ਹ ਨੇ, ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ, ਰਾਤ ਨੂੰ ਕੋਈ ਬਿਮਾਰ ਹੋ ਜੇ ਪਠਾਨਕੋਟ ਹਸਪਤਾਲ ਲਿਜਾਣਾ ਉਹਨਾਂ ਲਈ ਜੰਗ ਜਿੱਤਣ ਦੇ ਬਰਾਬਰ ਹੁੰਦਾ ਹੈ। ਸੋਚ ਸਕਦੇ ਹੋ ਤੁਸੀਂ ਇਹਨਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਕਿੰਨੇ ਔਖੇ ਹੁੰਦੇ ਹੋਣਗੇ ਤੇ ਇਸ ਹਲਕੇ ਦੇ ਜਿਹੜੇ ਲੀਡਰ ਨੇ ਕੀ ਉਹਨਾਂ ਨੂੰ ਕਦੇ ਇਹ ਪਿੰਡ ਦਿਖੇ ਨਹੀਂ ਹੈਗੇ। ਪੁਲ ਬਣਾਉਣ ਤੇ ਕਿੰਨਾ ਕੁ ਜ਼ਿਆਦਾ ਖਰਚਾ ਆ ਜਾਏਗਾ ਜਾਂ ਕਿੰਨਾ ਕੁ ਤੁਹਾਡਾ ਖਜ਼ਾਨਾ ਖਾਲੀ ਹੋ ਜਾਏਗਾ, ਬੜੀ ਹੈਰਾਨੀ ਹੈ। ਵੋਟਾਂ ਦੇ ਨਾਲ ਜੁੜੀ ਇੱਕ ਹੋਰ ਖਬਰ ਸਾਨੂੰ ਮਿਲ ਰਹੀ ਹੈ ਮੰਡੀ ਅਹਿਮਦਗੜ੍ਹ ਤੋਂ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਇਸ ਵਾਰੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਡਰਦਿਆਂ ਕੁਝ ਸਿਆਸੀ ਲੀਡਰਾਂ ਨੇ ਪੁਲਿਸ ਨੂੰ ਝਕਾਨੀ ਦੇ ਕੇ ਲੋਕਾਂ ਨੂੰ ਭਰਮਾਉਣ ਦਾ ਨਵਾਂ ਤਰੀਕਾ ਲੱਭਿਆ। ਇਸ ਤਹਿਤ ਠੇਕਿਆਂ ਤੋਂ ਸ਼ਰਾਬ ਲੈਣ ਜਾਂ ਕਰਿਆਨੇ ਦੀ ਦੁਕਾਨ ਤੋਂ ਕੋਈ ਹੋਰ ਸਮਾਨ ਲੈਣ ਲਈ ਵੱਖ-ਵੱਖ ਕੀਮਤਾਂ ਦੇ ਨੋਟ ਨੇ ਜਿਹੜੇ ਉਹ ਟੋਕਨ ਵਜੋਂ ਵਰਤੇ ਗਏ। ਜਦੋਂ ਚੋਣ ਕਮਿਸ਼ਨ ਨੇ ਐਤਕੀ ਨਸ਼ੇ ਤੇ ਰਾਸ਼ਨ ਵੰਡਣ ਵਾਲਿਆਂ ਵਿਰੁੱਧ ਸਖਤੀ ਕਰ ਦਿੱਤੀ ਤਾਂ ਉਮੀਦਵਾਰਾਂ ਦੇ ਸਮਰਥਕਾਂ ਨੇ ਬਦਲਵੇਂ ਢੰਗ ਲੱਭੇ। ਮੋਹਰਾਂ ਤੇ ਦਸਤਖਤਾਂ ਵਾਲੀਆਂ ਪਰਚੀਆਂ ਦੀ ਨਕਲ ਕੀਤੇ ਜਾਣ ਅਤੇ ਫੜੇ ਜਾਣ ਦੇ ਡਰੋਂ ਉਹਨਾਂ ਨੇ ਨੋਟਾਂ ਦੇ ਨੰਬਰ ਤੈਅ ਕਰਕੇ ਠੇਕਿਆਂ, ਕਰਿਆਨੇ ਵਾਲਿਆਂ ਤੇ ਢਾਬਿਆਂ ਦੇ ਮਾਲਕਾਂ ਨੂੰ ਨੋਟ ਕਰਵਾ ਦਿੱਤੇ। ਵੱਖ-ਵੱਖ ਭਾਅ ਦੇ ਨੋਟਾਂ ਨਾਲ ਵੱਖ-ਵੱਖ ਮੁੱਲ ਦੀਆਂ ਵਸਤੂਆਂ ਦੇਣ ਦਾ ਇਕਰਾਰ ਕਰ ਲਿਆ ਗਿਆ। ਨੋਟ ਟੋਕਨਾਂ ਵਜੋਂ ਇਸ ਤਰ੍ਹਾਂ ਚਲਾਏ ਗਏ ਜਿਵੇਂ 10-10 ਦੇ ਨੋਟ ਨੇ ਜਿਹੜੇ ਉਹ ਮਿੱਥੇ ਹੋਏ ਸ਼ਰਾਬ ਦੇ ਠੇਕਿਆਂ ਦੇ ਲਈ ਰੱਖੇ ਗਏ ਕਿ ਇਹ 10 ਦਾ ਨੋਟ ਜੇ ਤੁਸੀਂ ਇਸ ਠੇਕੇ ਤੇ ਲੈ ਕੇ ਜਾਓਗੇ ਤਾਂ ਇੱਕ 10 ਦੇ ਨੋਟ ਤੇ ਤੁਹਾਨੂੰ ਇੱਕ ਸ਼ਰਾਬ ਦੀ ਪੇਟੀ ਮਿਲੂਗੀ। ਸੋ ਇਹ ਹਾਲਾਤ ਨੇ ਪੰਜਾਬ ਦੇ ਉਮੀਦਵਾਰਾਂ ਦੇ ਵੀ ਤੇ ਲੋਕ ਵੀ ਘੱਟ ਨਹੀਂ ਹੈਗੇ। ਅਜਿਹੇ ਵਿੱਚ ਬਦਲਾਅ ਦੀ ਆਸ ਹੈ ਜਿਹੜੀ ਉਹ ਕਰਨੀ ਹੀ ਮੂਰਖਤਾ। ਪਿਛਲੇ ਦਿਨੀ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਫਿਲਮ ਅਦਾਕਾਰ, ਵਕੀਲ ਅਤੇ ਕਿਸਾਨ ਮੋਰਚੇ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਯਾਦ ਵਿੱਚ ਵੱਖ-ਵੱਖ ਥਾਵਾਂ ਤੇ ਮੋਮਬੱਤੀ ਮਾਰਚ ਕੱਢੇ ਜਾ ਰਹੇ ਨੇ, ਇਕੱਠ ਕੀਤੇ ਜਾ ਰਹੇ ਨੇ। ਸਿਰਫ ਪੰਜਾਬ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਕੱਲ ਬਠਿੰਡਾ ਦੇ ਵਿੱਚ ਨੌਜਵਾਨਾਂ ਨੇ ਦੀਪ ਸਿੱਧੂ ਦੀ ਯਾਦ ਵਿੱਚ ਮਾਰਚ ਕੱਢਿਆ। ਬਾਬਾ ਅਜੀਤ ਸਿੰਘ ਚੌਕ ਤੋਂ ਅਰਦਾਸ ਕਰਨ ਤੋਂ ਬਾਅਦ ਜ਼ਾਬਤੇ 'ਚ ਰਹਿ ਕੇ ਸ਼ੁਰੂ ਹੋਏ ਮਾਰਚ ਵਿੱਚ ਨੌਜਵਾਨਾਂ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਇਹ ਮਾਰਚ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਜਾ ਕੇ ਸਮਾਪਤ ਹੋਇਆ। ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ, ਬੀਬੀਆਂ ਨੇ ਵੀ ਹਾਜ਼ਰੀ ਲਵਾਈ। ਦੀਪ ਸਿੱਧੂ ਦੀ ਅੰਤਿਮ ਅਰਦਾਸ 24 ਫਰਵਰੀ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਆਸ ਜਤਾਈ ਜਾ ਰਹੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਕੱਲ੍ਹ ਕੌਮਾਂਤਰੀ ਮਾਂ ਬੋਲੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਹੈ। ਪੰਜਾਬੀ ਮਾਂ ਬੋਲੀ ਦੀ ਸਿਫਤ ਦੇ ਵਿੱਚ ਕੁਝ ਸ਼ਬਦ ਅਸੀਂ ਜ਼ਰੂਰ ਕਹਾਂਗੇ। ਕੌਮਾਂਤਰੀ ਮਾਂ ਬੋਲੀ ਦਿਹਾੜੇ ਤੇ ਅਸੀਂ ਸਾਰੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਮੁਬਾਰਕਾਂ ਦਿੰਦੇ ਹਾਂ ਤੇ ਸਾਰੀਆਂ ਜਿਹੜੀਆਂ ਦੁਨੀਆ ਦੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ। ਤੇਰਾ ਅੱਖਰ ਅੱਖਰ ਪਾਕ ਹੈ, ਤੇਰਾ ਪੀਰਾਂ ਦੇ ਨਾਲ ਸਾਕ ਹੈ, ਬੋਲੀ ਹੈ ਪੰਜਾਬੀ ਸਾਡੀ, ਇਹੋ ਜਿੰਦ ਜਾਨ ਸਾਡੀ। ਸੱਚ ਹੈ ਕਿ ਜਿਨ੍ਹਾਂ ਕੌਮਾਂ ਦੇ ਕੋਲ ਜਾਂ ਜਿਨ੍ਹਾਂ ਲੋਕਾਂ ਦੇ ਕੋਲ ਆਪਣੀ ਬੋਲੀ ਨਹੀਂ ਹੁੰਦੀ ਉਹ ਰਾਜ ਨਹੀਂ ਕਰ ਸਕਦੇ, ਪਰ ਸਾਡੀ ਮੂਰਖਤਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਦੇ ਬਹੁਤ ਸਾਰੇ ਸ਼ਬਦਾਂ ਨੂੰ ਵਿਗਾੜ ਕੇ ਹੋਰ ਦਾ ਹੋਰ ਹੀ ਬਣਾ ਦਿੱਤਾ ਹੈ।
ਤੁਸੀਂ ਜ਼ਰੂਰ ਆਪਣੇ ਆਪ ਦੇ ਵਿੱਚ ਪੜਚੋਲ ਕਰਿਓ ਕਿ ਤੁਸੀਂ ਮਾਂ ਬੋਲੀ ਦੇ ਕਿਹੜੇ ਸ਼ਬਦ ਨੂੰ ਵਿਗਾੜਿਆ ਹੈ ਤੇ ਉਸ ਨੂੰ ਸੁਧਾਰਨਾ ਕਿਵੇਂ ਹੈ। ਠੇਠ ਚੀਜ਼ ਹਮੇਸ਼ਾ ਠੇਠ ਹੀ ਹੁੰਦੀ ਹੈ। ਜੇ ਤੁਸੀਂ ਅੰਗਰੇਜ਼ੀ ਬੋਲਣੀ ਸਿੱਖਦੇ ਹੋ ਤੇ ਜੇ ਉਹਨਾਂ ਅੰਗਰੇਜ਼ੀ ਦੇ ਸ਼ਬਦਾਂ ਨੂੰ ਤੁਸੀਂ ਵਿਗਾੜ ਕੇ ਬੋਲੋਗੇ, ਸ਼ਬਦ ਹੋਰ ਬੋਲਣਾ ਹੈ ਉਹਦੀ ਥਾਂ ਤੇ ਕੁਝ ਹੋਰ ਸ਼ਬਦ ਬੋਲੋਗੇ, ਜਾਂ ਫਿਰ ਸ਼ਬਦ ਇੰਗਲਿਸ਼ ਦਾ ਬੋਲਣਾ ਹੈ, ਸੈਂਟੈਂਸ ਦੇ ਵਿੱਚ ਤੁਸੀਂ ਵਿੱਚ ਹੀ ਹਿੰਦੀ ਬੋਲਣ ਲੱਗ ਜਾਓਗੇ, ਇੱਕ ਸ਼ਬਦ ਹਿੰਦੀ ਦਾ ਵਰਤੋਗੇ, ਤਾਂ ਤੁਸੀਂ ਸੋਚੋ ਕਿ ਤੁਹਾਡੀ ਕੀ ਹਾਲਤ ਹੋਏਗੀ। ਸਾਹਮਣੇ ਵਾਲੇ ਦੇ ਮੂਹਰੇ ਤੁਸੀਂ ਕਿੰਨੀ ਬੇਇੱਜ਼ਤੀ ਮਹਿਸੂਸ ਕਰੋਗੇ ਤੇ ਕਿੰਨਾ ਅਪਮਾਨ ਤੁਸੀਂ ਕਰੋਗੇ ਅੰਗਰੇਜ਼ੀ ਭਾਸ਼ਾ ਦਾ। ਤੇ ਇਸੇ ਤਰ੍ਹਾਂ ਆਪਣੀ ਭਾਸ਼ਾ ਬਾਰੇ ਵੀ ਸੋਚਣਾ ਚਾਹੀਦਾ ਹੈ, ਕਿਉਂਕਿ ਅਸੀਂ ਭਰਾ ਦਾ ਬਰੋ ਬਣਾ ਦਿੱਤਾ ਹੈ, ਮੰਮੀ ਦਾ ਮੌਮ ਬਣਾ ਦਿੱਤਾ ਹੈ, ਤੇ ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਵਿਗਾੜ ਕੇ ਉਹਨਾਂ ਦਾ ਕੁਝ ਹੋਰ ਹੀ ਬਣਾ ਦਿੱਤਾ ਹੈ। ਪੰਜਾਬ ਦੇ ਸਾਰੇ ਸਿਆਸੀ ਲੀਡਰਾਂ ਨੇ ਵੀ ਮਾਂ ਬੋਲੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਨੇ ਤੇ ਇਹ ਵੀ ਇੱਕ ਸੱਚ ਹੈ ਕਿ ਜਦੋਂ ਤੱਕ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਣਗੇ ਉਦੋਂ ਤੱਕ ਮਾਂ ਬੋਲੀ ਜਿਉਂਦੀ ਰਹੇਗੀ ਤੇ ਆਪਣਾ ਆਪਣਾ ਯੋਗਦਾਨ ਸਾਨੂੰ ਸਭ ਨੂੰ ਪਾਉਣਾ ਚਾਹੀਦਾ ਹੈ। ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਮੌੜ ਤੋਂ ਸੀਟ ਲੜਨ ਵਾਲੇ, ਚੋਣ ਲੜਨ ਵਾਲੇ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬੀਓ ਤੁਸੀਂ ਗੁਲਾਮਾਂ ਦੀ ਬੋਲੀ ਕਿਉਂ ਬੋਲਣ ਲੱਗ ਪਏ ਹੋ, ਕੀ ਸੁਨੇਹਾ ਦਿੱਤਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ। ਉਹ ਪੰਜਾਬੀਓ ਗੁਲਾਮਾਂ ਦੀ ਬੋਲੀ ਬੋਲਣ ਲੱਗ ਪਏ ਹੋ, ਗੁਲਾਮਾਂ ਦੀ, ਤੇ ਗੁਲਾਮ ਹਮੇਸ਼ਾ ਪਿੰਜਰਿਆਂ 'ਚ ਕੈਦ ਹੁੰਦੇ ਨੇ। ਇਸ ਬਾਜ਼ਾਰੂ ਮੰਡੀ ਦੇ ਵਿੱਚ ਆਪਣੀ ਮਾਂ ਬੋਲੀ ਦੀ ਬੋਲੀ ਲਾਉਣ ਲੱਗ ਪਏ ਹੋ। ਇੱਕ ਗੱਲ ਚੇਤੇ ਰੱਖਿਓ, ਜੇ ਇੱਕ ਵਾਰੀ ਮਾਂ ਬੋਲੀ ਮਰ ਗਈ ਨਾ, ਕਿਸੇ ਕੀਮਤ ਦੇ ਉੱਤੇ ਹਾਸਲ ਨਹੀਂ ਹੋਣੀ, ਕਿਸੇ ਕੀਮਤ ਦੇ ਉੱਤੇ ਹਾਸਲ ਨਹੀਂ ਹੋਣੀ। ਇੱਕੋ ਹੀ ਗੱਲ ਯਾਦ ਰੱਖਿਓ, ਮੇਰੇ ਖੂਨ ਨਾਲ ਲਿਖੋ ਮੇਰੀ ਮਾਂ ਬੋਲੀ ਦਾ ਕਾਇਦਾ, ਮੇਰੇ ਖੂਨ ਨਾਲ ਲਿਖੋ ਮੇਰੀ ਮਾਂ ਬੋਲੀ ਦਾ ਕਾਇਦਾ। ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ ਮੇਰੀ ਬੋਲੀ ਨਹੀਂ ਮਰ ਸਕਦੀ, ਮੇਰੀ ਮਾਂ ਬੋਲੀ ਨਹੀਂ ਮਰ ਸਕਦੀ। ਪੰਜਾਬੀ ਮਾਂ ਬੋਲੀ ਜਿੰਦਾਬਾਦ। ਇਸੇ ਤਰ੍ਹਾਂ ਅਸੀਂ ਲਲਕਾਰ ਵਿਦਿਆਰਥੀ ਜਥੇਬੰਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਥੇਬੰਦੀ ਹੈ, ਉਸ ਦੀ ਵਿਦਿਆਰਥੀ ਕਾਰਕੁਨ ਅਮਨ ਕੀ ਕਹਿ ਰਹੀ ਹੈ ਮਾਂ ਬੋਲੀ ਦਿਹਾੜੇ ਤੇ, ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਜਿਵੇਂ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਸਾਰੀਆਂ ਮਾਂ ਬੋਲੀਆਂ ਨੂੰ ਦੱਬਣਾ, ਤਾਂ ਅਸੀਂ ਇਹ ਮੇਲਾ ਇਸੇ ਲਈ ਕਰ ਰਹੇ ਹਾਂ ਵੀ ਅੱਜ ਅਸੀਂ ਆਪਣੀਆਂ ਮਾਂ ਬੋਲੀਆਂ ਮਨਾਵਾਂਗੇ ਉਹਦੇ ਵਿਰੋਧ ਦੇ ਵਜੋਂ। ਤੇ ਅੱਜ ਹਰ ਬੰਦੇ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਪੜ੍ਹਾਈ ਕਰਨ ਦਾ ਪੂਰੇ ਦੇ ਪੂਰੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਨੇ। ਕੋਈ ਵੀ ਬੋਲੀ, ਕੋਈ ਵੀ ਭਾਸ਼ਾ ਨੀਵੀਂ ਨਹੀਂ ਹੁੰਦੀ, ਸਾਰੀਆਂ ਬੋਲੀਆਂ ਭਾਸ਼ਾਵਾਂ ਉਹ ਇਹ ਬਰਾਬਰ ਦਰਜੇ ਦੀਆਂ ਹੁੰਦੀਆਂ ਨੇ। ਤੇ ਆਪਣੀ ਮਾਂ ਬੋਲੀ ਦੇ ਵਿੱਚ ਬੰਦਾ ਜੇ ਨਹੀਂ ਪੜ੍ਹਦਾ ਤਾਂ ਜੜ੍ਹਾਂ ਤੋਂ ਕੱਟ ਜਾਂਦਾ ਵਾ। ਇਹ ਕਿਉਂ ਆ ਭਾਸ਼ਾ ਦੇ ਉੱਤੇ ਅਟੈਕ? ਕਿਉਂਕਿ ਸਾਨੂੰ ਪਤਾ ਵੀ ਭਾਸ਼ਾ ਸਿਰਫ ਸੰਚਾਰ ਦਾ ਮਾਧਿਅਮ ਨਹੀਂ। ਅੱਜ ਬੱਚਾ ਸੋਚਦਾ, ਸੁਪਨੇ ਲੈਂਦਾ ਤੇ ਹਰ ਚੀਜ਼ ਮਹਿਸੂਸ ਕਰਦਾ ਆਪਣੇ ਪੁਰਖਿਆਂ ਦੀਆਂ ਲੜਾਈਆਂ ਤੋਂ ਲੈ ਕੇ ਹਰ ਸੱਭਿਆਚਾਰ ਉਹਦੀ ਮਾਂ ਬੋਲੀ ਦੇ ਵਿੱਚ ਹੁੰਦਾ। ਤੇ ਜੇ ਤੁਸੀਂ ਉਹ ਤੋਂ ਮਾਂ ਬੋਲੀ ਖੋਹ ਲਵੋਗੇ ਤਾਂ ਉਹ ਇੱਕ ਤਰ੍ਹਾਂ ਨਾਲ ਵਿਕਲਾਂਗ ਹੋ ਜਾਂਦਾ ਤੇ ਉਹ ਆਪਣੀ ਸਾਰੀ ਵਿਰਾਸਤ ਤੋਂ ਕੱਟ ਜਾਂਦਾ ਵਾ ਤੇ ਦੂਰ ਹੋ ਜਾਂਦਾ। ਸੋ ਸਾਡੇ ਵੱਲੋਂ ਦਾ ਖਾਲਸ ਟੀਵੀ ਦੀ ਸਾਰੀ ਟੀਮ ਦੇ ਵੱਲੋਂ ਦੁਨੀਆ ਭਰ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਸਤਿਕਾਰ ਤੇ ਸਾਡੀ ਮਾਂ ਬੋਲੀ ਪੰਜਾਬੀ ਸਾਡੇ ਦਿਲ 'ਚ ਵਸਦੀ ਹੈ। ਖਬਰਾਂ ਦੇ ਵਿੱਚ ਖਬਰ ਤੁਹਾਨੂੰ ਦੱਸਦੇ ਹਾਂ, ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ। ਇਸ ਕਾਂਡ ਦੇ ਵਿੱਚ ਜੀਪ ਹੇਠ ਦਰੜੇ ਗਏ ਕਿਸਾਨਾਂ ਦੇ ਪਰਿਵਾਰਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਤੋਂ ਬਾਅਦ ਇਹਨਾਂ ਪੀੜਤ ਪਰਿਵਾਰਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਦੇ ਮੁੱਖ ਮੁਲਜ਼ਮ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਇਹਨਾਂ ਪਰਿਵਾਰਾਂ ਨੇ ਕਿਹਾ ਹੈ ਕਿ ਉਹਨਾਂ ਨੇ ਹਾਈ ਕੋਰਟ ਦੇ 10 ਫਰਵਰੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ, ਕਿਉਂਕਿ ਯੂਪੀ ਸਰਕਾਰ ਜਿੱਥੇ ਮੁਲਜ਼ਮ ਦਾ ਪਿਤਾ ਸੱਤਾ ਦੇ ਵਿੱਚ ਹੈ, ਇਸ ਫੈਸਲੇ ਖਿਲਾਫ ਬੋਲਣ ਦੇ ਵਿੱਚ ਨਾਕਾਮ ਰਹੀ ਹੈ। ਪਿਛਲੇ ਸਾਲ 3 ਅਕਤੂਬਰ 2021 ਨੂੰ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਫੇਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਇੱਕ ਗਰੁੱਪ ਨੂੰ ਥਾਰ ਜੀਪ ਨੇ ਦਰੜ ਦਿੱਤਾ ਸੀ, ਰੌਂਦ ਦਿੱਤਾ ਸੀ, ਕੁਚਲ ਕੇ ਮਾਰ ਦਿੱਤਾ ਸੀ। ਤੇ ਇਸ ਜੀਪ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਚਲਾ ਰਿਹਾ ਸੀ, ਜਿਸ ਨੂੰ ਜ਼ਮਾਨਤ ਮਿਲ ਗਈ ਹੈ। ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ ਤੇ ਉਹ ਰਿਹਾ ਵੀ ਹੋ ਗਿਆ ਹੈ। ਤੇ ਉਸ ਕਤਲ ਕਾਂਡ ਦੇ ਵਿੱਚ 4 ਕਿਸਾਨਾਂ ਸਮੇਤ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ। ਅਗਲੀ ਵੱਡੀ ਖਬਰ ਬਿਹਾਰ ਤੋਂ ਹੈ, ਜਿੱਥੇ ਚਾਰਾ ਘੁਟਾਲੇ ਦੇ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਸੀਬੀਆਈ ਕੋਰਟ ਨੇ ਆਰਜੇਡੀ ਲੀਡਰ ਨੂੰ 60 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ ਤੇ ਇਸ ਘੁਟਾਲੇ ਦੇ ਵਿੱਚ 37 ਹੋਰ ਜਣਿਆਂ ਨੂੰ ਵੀ ਸਜ਼ਾ ਸੁਣਾਈ ਗਈ ਹੈ। ਤੇ ਸਜ਼ਾ ਦੇ ਇਸ ਫੈਸਲੇ ਤੋਂ ਬਾਅਦ ਲਾਲੂ ਯਾਦਵ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਹੈ, ਹਿੰਦੀ ਦੇ ਵਿੱਚ ਟਵੀਟ ਕੀਤਾ ਹੈ, ਅਨਿਆਏ, ਅਸਮਾਨਤਾ
जनता से तानाशाही जुल्मी सत्ता से लड़ा हूं लड़ता रहूंगा डालकर आंखों में आंखें सच जिसकी ताकत है साथ है जिसके जनता उसके हौसले क्या तोड़ेंगी सलाखे। ये ट्वीट किया है लालू प्रसाद यादव ने। लालू यादव के पुत्र तेजस्वी यादव की भी प्रतिक्रिया सामने आई है। तेजस्वी यादव ने कहा है कि इंज लगता है जिवें देश विच चारा घोटाले तो बिना होर कोई घोटाला ही नहीं होया। बिहार दे विच कहंदे करीब 80 घोटाले होए ने, घपले होए ने, पर सीबीआई, ईडी ते एएनआई कित्थे ने। तेजस्वी ने कहा है कि इस देश विच एक ही स्कैम है ते एक ही लीडर है। कहते सीबीआई विजय माल्या, नीरव मोदी ते मेहुल चौकसी नूं भुल गई है। सवाल बिल्कुल जायज़ चुके ने। तेजस्वी यादव ने सवाल चुके भी जाने चाहिए ने, पर लालू यादव की सज़ा भी कोई घट नहीं है, जां उन्हां दा घोटाला भी घट नहीं होना। पर सवाल तो उठदा कि बाकी जिहड़े लोग हैगे ने उन्हां नूं क्यों छड्ड दिंदियां ने ये एजेंसियां, उन्हां दे खिलाफ जांच क्यों नहीं हुंदी। पंजाब वोटां दी गल कर लैंदे आ तां ऐतवार नूं पईआं वोटां तो बाद हुण 1300 तो वध उम्मीदवारां दी किस्मत ईवीएम मशीनां दे विच बंद हो गई है। बैलेट बॉक्स दे विच बंद हो गई है। फैसले का इंतजार है, 10 मार्च तक इंतजार करना ही पएगा। ते ऐतकी वोटां दे विच सब तो हैरानीजनक गल रही है घट वोटिंग। ऐतकी जिन्ना लोकां दे विच उत्सुकता सी वोटां नूं लैके, जिन्ना चाह सी, जिन्ना क्रेज सीगा, जिन्नी बदलाव दी हनेरी झुल रही सी, उस हिसाब नाल वोटां नहीं पईआं। सरकारी आंकड़ियां दे मुताबिक इस वारी वोटिंग 2017 दे मुकाबले कई फीसद घटी है। पिछली वारी 77.2% सी, ऐतकी है जिहड़ी ओह 70% तो भी घट रही है। ते इस दा सीधा संकेत ये मन्निया जा रहा है कि पंजाब दे विच बदलाव दी कोई संभावना बहुती नहीं है ते बदलाव आउणा सी आम आदमी पार्टी दे नाल। इस सियासी पंडित अपने टेवे ला रहे ने। आंकड़ियां दे मुताबिक मानसा जिले दे विच सब तो वध वोटिंग हुई है हर बार दी तरह। इत्थे 73.75% वोटिंग हुई है ते साहिबजादा अजीत सिंह नगर मोहाली दे विच सब तो घट 53.10% वोटिंग दर्ज की गई है। ते मोहाली दी वोटिंग नूं देख के ये कहा जा सकदा है कि इन्नी बेरुखी है जिहड़ी इस जिले दे विच इस तो पहलां कदे नहीं देखी गई। इन्नी घट वोटिंग पहलां कदे भी नहीं दर्ज की गई जिन्नी ऐतकी दर्ज की गई है। मोहाली वाले वोटां पाउण दे लई सारे क्यों नहीं निकले, ये तां हुण मोहाली दे लोग ही दस सकदे ने। पर जे देखिया जावे तां लोग जदों घट पाउंदे ने वोटां तां उदों सियासी पंडितां दे मुताबिक, सियासी माहिर ये कहंदे हुंदे ने कि जदों वोटिंग पिछली वारी नालों भी घट होवे तां इहदा मतलब हुंदा है कि सत्ता धिर रिपीट कर रही है। तां कांग्रेस इस नूं लैके थोड़ी आसवंद दिखाई दे रही है। सो वोटां तो बाद भी सियासी पार्टियां एक दूजे ते हमले करन तो नहीं हट रहीआं। पंजाब दे मुख मंत्री चरणजीत सिंह चन्नी उन्होंने बयान दिता है कि जे पंजाब दे आम आदमी पार्टी की सरकार बनती है तो पंजाब का नुकसान ही होगा, कोई बदलाव नहीं होगा। केजरीवाल ते सीधा निशाना लाउंदिआं चन्नी ने कहा है कि केजरीवाल शहीद भगत सिंह दे चेले नहीं हो सकते। उन्होंने दावा करदिआं कहा है कि इस बारी पंजाब विच आम आदमी पार्टी सत्ता दे विच नहीं आऊगी। केजरीवाल झूठ बोलण वाले बंदे ने, वड्डे वड्डे झूठ बोलते हैं, जां तां अपने बयानां तो पलट जांदे ने जां फिर माफिया मंगण लग जांदे ने। चन्नी ने भी दावा किया है कि वह चमकौर साहिब ते भदौड़ दोवें सीटां तो चंगे फर्क दे नाल जितणगे। इस दरमियान हॉट सीट अमृतसर पूर्वी तो अकाली दल के उम्मीदवार बिक्रम मजीठिया ने भी वड्डा बयान दिता है। बिक्रम मजीठिया ने कहा है कि जे अकाली बसपा गठजोड़ सत्ता विच आउंदा है तां पार्टी सूबे विच पंजाब विधान सभा चोणां तो बाद भाजपा दे नाल गठजोड़ करन दा फैसला लएगी। यही जिहड़ी चर्चा चल रही है, खुंड चर्चा चल रही है। वड्डे वड्डे सियासी माहिर भी ये कह रहे हैं कि समीकरण बिल्कुल उल्टे हो सकते हैं। ना कांग्रेस ते ना ही आम आदमी पार्टी पंजाब दे विच अकाली, बीजेपी ते बहुजन समाज पार्टी का गठजोड़ भी सत्ता ते काबिज हो सकता है। पर इन्नियां सीटां दोवां दियां मिला के भी आउंदियां दींदियां नहीं हैगियां तां आम आदमी पार्टी गठजोड़ दे नाल रल सकदी है। खैर मजीठिया ने कहा कि मेरी लड़ाई पंजाब दे लोकां लई है। अमृतसर पूर्वी नूं विकास दी लोड़ है। इत्थे गरीब लोग ने जिन्हां नूं भलाई स्कीमां नहीं मिलदियां। इह सब तो पछड़िया होया इलाका है। इथों सच दी जित होवेगी। ते वोटां पैण तो बाद कई वड्डे दिग्गजां दी किस्मत है जिहड़ी ओह दाਅ ते लगी हुई है। सुखबीर सिंह बादल नूं छड्ड के कोई भी वड्डे दिग्गज दी सीट है जिहड़ी ओह क्लीयर नहीं दसी जा रही। मुख मंत्री चरणजीत सिंह चन्नी होण, चाहे आम आदमी पार्टी दे सीएम चेहरे भगवंत मान होण, कांग्रेस प्रधान नवजोत सिंह सिद्धू होण जां फिर साबका मुख मंत्री कैप्टन अमरिंदर सिंह ते प्रकाश सिंह बादल होण, इन्हां समेत कई होर वड्डे लीडरां दीआं जिहड़ियां
ਸੀਟਾਂ ਨੇ ਉਹ ਕਲੀਅਰ ਨਹੀਂ ਮੰਨੀਆਂ ਜਾ ਰਹੀਆਂ। ਪੂਰੀ ਫਾਈਟ ਦੇ ਵਿੱਚ ਨੇ ਸਾਰੇ ਲੀਡਰ ਆਪਣੇ ਵਿਰੋਧੀਆਂ ਦੇ ਨਾਲ। ਇਹਨਾਂ ਦੀ ਸਾਖ ਹੈ ਜਿਹੜੀ ਉਹ ਦਾਅ ਤੇ ਲੱਗੀ ਹੋਈ ਹੈ। 10 ਤਰੀਕ ਨੂੰ ਹੀ ਸਾਰਿਆਂ ਦੀ ਕਿਸਮਤ ਦਾ ਫੈਸਲਾ ਹੋਏਗਾ। ਵੋਟਾਂ ਤੋਂ ਬਾਅਦ ਸਾਰੇ ਵੱਡੇ ਲੀਡਰਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ, ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ, ਸੂਫੀਆਨਾ ਕਲਾਮ ਉਹਨਾਂ ਨੇ ਲਿਖਿਆ ਹੈ, ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਅਸੀਂ ਉੱਚਿਆਂ ਦੇ ਸੰਗ ਲਾਈਆਂ ਸਦਕੇ ਜਾਈਏ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵੀਆਂ ਸੰਗ ਨਿਭਾਈਆਂ। ਫਿਰ ਉਹਨਾਂ ਨੇ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਹਰ ਵੋਟਰ ਦਾ ਤੇ ਸਪੋਰਟਰ ਦਾ। ਇਸੇ ਤਰ੍ਹਾਂ ਉਹਨਾਂ ਦੇ ਵਿਰੋਧੀ ਵਿਕਰਮ ਸਿੰਘ ਮਜੀਠੀਆ ਨੇ ਕੱਲ ਹੀ ਧੰਨਵਾਦ ਕਰ ਦਿੱਤਾ ਸੀ, ਐਤਵਾਰ ਨੂੰ ਹੀ ਧੰਨਵਾਦ ਕਰ ਦਿੱਤਾ ਸੀ ਅਤੇ ਹਰ ਆਪਣੇ ਸਪੋਰਟਰ ਦੀ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਵਿੱਚ ਸੀਗੇ ਲੋਕ ਸਾਰੇ ਉਹਨਾਂ ਦੇ ਨਾਲ ਕੱਲੇ ਦੇ ਨਾਲ ਫੋਟੋ ਹੈ ਜਿਹੜੀ ਉਹ ਪੋਸਟ ਕੀਤੀ ਹੈ ਵਿਕਰਮ ਮਜੀਠੀਆ ਨੇ। ਭਗਵੰਤ ਮਾਨ ਨੇ ਵੀ ਧੰਨਵਾਦ ਕੀਤਾ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਧੰਨਵਾਦ ਕੀਤਾ ਹੈ। ਵੋਟਾਂ ਵਾਲੇ ਦਿਨ ਮੋਗਾ ਦੇ ਵਿੱਚ ਜੋ ਗੜਬੜ ਹੋਈ ਸੀ ਉਸ ਤੋਂ ਬਾਅਦ ਅਦਾਕਾਰ ਸੋਨੂ ਸੂਦ ਦੇ ਖਿਲਾਫ ਮੋਗਾ 'ਚ ਕੇਸ ਦਰਜ ਕੀਤਾ ਗਿਆ ਹੈ। ਸੋਨੂ ਸੂਦ ਦੇ ਖਿਲਾਫ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਲਈ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਸਥਾਨਕ ਪੁਲਿਸ ਨੇ ਐਫਆਈਆਰ ਦੇ ਵਿੱਚ ਸੋਨੂ ਤੇ ਆਪਣੀ ਭੈਣ ਮਾਲਵਿਕਾ ਸੂਦ ਜੋ ਕਾਂਗਰਸ ਦੇ ਵੱਲੋਂ ਮੋਗਾ ਤੋਂ ਚੋਣ ਲੜ ਰਹੇ ਸੀ ਉਹਨਾਂ ਦੇ ਲਈ ਵੋਟਰਾਂ ਨੂੰ ਅਸਰ ਅੰਦਾਜ਼ ਕਰਨ ਦਾ ਦੋਸ਼ ਲੱਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਸੋਨੂ ਮੋਗਾ ਅਸੈਂਬਲੀ ਹਲਕੇ ਦਾ ਵੋਟਰ ਨਹੀਂ ਹੈ, ਲਿਹਾਜ਼ਾ ਉਸ ਨੂੰ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਦੇ ਲਈ ਪ੍ਰਚਾਰ ਕਰਨ ਜਾਂ ਵੋਟਰਾਂ ਨੂੰ ਅਸਰ ਅੰਦਾਜ਼ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਦਕਿ ਸੋਨੂ ਸੂਦ ਨੇ ਕਿਹਾ ਕਿ ਮੈਨੂੰ ਸੂਬੇ ਤੋਂ ਬਾਹਰਲਾ ਦੱਸਣਾ ਬਿਲਕੁਲ ਗਲਤ ਹੈ ਕਿਉਂਕਿ ਮੇਰਾ ਜਨਮ ਤੇ ਮੇਰਾ ਪਾਲਣ ਪੋਸ਼ਣ ਮੋਗੇ ਦੇ ਵਿੱਚ ਹੀ ਹੋਇਆ ਤੇ ਮੇਰੀ ਭੈਣ ਹੀ ਚੋਣਾਂ ਲੜ ਰਹੀ ਹੈ। ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਸਮੇਤ 15 ਜਣਿਆਂ ਦੇ ਖਿਲਾਫ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਸ਼ਰਾਬ ਠੇਕੇਦਾਰ ਤੇ ਕਾਂਗਰਸੀ ਵਰਕਰਾਂ ਦੇ ਵਿਚਾਲੇ ਹੋਈ ਝੜਪ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਉਧਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਹੈ ਇਹਨਾਂ ਚੋਣ ਨਤੀਜਿਆਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਉਸੇ ਤਰ੍ਹਾਂ ਦਾ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਚੋਣ ਨਤੀਜਿਆਂ ਦਾ ਅਨੁਮਾਨ ਕੋਈ ਜੋਤਸ਼ੀ ਹੀ ਲਾ ਸਕਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਚੋਣਾਂ ਨੂੰ ਲੈ ਕੇ ਬੀਜੇਪੀ ਪੂਰੀ ਤਰ੍ਹਾਂ ਦੇ ਨਾਲ ਆਸਵੰਦ ਹੈ। ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਦੇ ਵਿੱਚ ਪੰਜਾਬ 'ਚ ਸ਼ਾਂਤਮਈ ਢੰਗ ਨਾਲ ਖਤਮ ਹੋਈਆਂ ਵੋਟਾਂ ਦੇ ਲਈ ਮੁੱਖ ਚੋਣ ਆਫਿਸਰ ਡਾਕਟਰ ਐਸ ਕਰੁਣਾ ਰਾਜੂ ਨੇ ਪੋਲਿੰਗ ਮੁਲਾਜ਼ਮਾਂ, ਸੁਰੱਖਿਆ ਅਮਲੇ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਹਰ ਉਸ ਵਰਕਰ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਚੋਣਾਂ ਦੌਰਾਨ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਈ। ਡਾਕਟਰ ਐਸ ਕਰੁਣਾ ਰਾਜੂ ਨੇ ਲੋਕਾਂ ਦਾ ਵੀ ਵੱਡੀ ਗਿਣਤੀ ਵਿੱਚ ਆਪਣੇ ਵੋਟ ਕਰਨ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਧੰਨਵਾਦ ਕੀਤਾ। ਹਾਲਾਂਕਿ ਇਸ ਵਾਰੀ ਚੋਣ ਕਮਿਸ਼ਨ ਦਾ ਇਹ ਟੀਚਾ ਸੀ ਕਿ 80% ਦੀ ਵੋਟਿੰਗ ਪੰਜਾਬ ਦੇ ਵਿੱਚ ਹੋਏਗੀ। ਬਹੁਤ ਪ੍ਰੇਰਿਤ ਕੀਤਾ ਸੀ ਲੋਕਾਂ ਨੂੰ। ਸ਼ੇਰਾ ਇਹਨਾਂ ਨੇ ਜਿਹੜਾ ਆਈਕਨ ਹੈ ਉਹ ਬਣਾਇਆ ਸੀ ਪਰ ਫਿਰ ਵੀ 70 ਤੱਕ ਵੀ ਇਸ ਵਾਰ ਜਿਹੜੀ ਵੋਟਿੰਗ ਹੈ ਨਹੀਂ ਪਹੁੰਚ ਸਕੀ। ਕਹਿੰਦੇ ਚੋਣ ਕਮਿਸ਼ਨ ਦਾ ਮੁੱਖ ਨਿਸ਼ਾਨਾ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਚੋਣਾਂ ਯਕੀਨੀ ਬਣਾਉਣਾ ਸੀ। ਇਹ ਵੀ ਕਿਹਾ ਕਿ ਵੋਟਾਂ ਵਾਲੇ ਦਿਨ ਚੋਣਾਂ ਦੇ ਵਿੱਚ ਵਿਘਨ ਪਾਉਣ ਤੇ ਵੋਟਰਾਂ ਨੂੰ ਭਰਮਾਉਣ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਹਾਲਾਂਕਿ ਜੋ ਮਾਮਲੇ ਸਾਹਮਣੇ ਆਏ ਉਹ ਅਸੀਂ ਲਗਾਤਾਰ ਤੁਹਾਨੂੰ ਐਤਵਾਰ ਨੂੰ ਦੱਸਦੇ ਰਹੇ ਹਾਂ ਤੇ ਮਾਮਲੇ ਨੇ ਜਿਹੜੇ ਕੇਸ ਨੇ ਵੱਖ-ਵੱਖ ਘਟਨਾਵਾਂ ਨੂੰ ਲੈ ਕੇ ਉਹ ਵੀ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਨੇ। ਹਾਲਾਂਕਿ ਉਹਨਾਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਜਿਹੜੀ ਹੈ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਦੌਰਾਨ ਕੁਝ ਛੋਟੀਆਂ-ਮੋਟੀਆਂ ਘਟਨਾਵਾਂ ਜ਼ਰੂਰ ਸਾਹਮਣੇ ਆਈਆਂ ਨੇ। 18 ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਨੇ। ਜਾਣਕਾਰੀ ਵਾਲੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਪੀਜੀਆਈ ਚੰਡੀਗੜ੍ਹ ਦੇ ਵਿੱਚ ਹੁਣ ਜਿਹੜਾ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਹੈ ਉਹ 1 ਘੰਟੇ ਲਈ ਵਧਾ ਦਿੱਤਾ ਗਿਆ ਹੈ ਅਤੇ ਚੈਕਿੰਗ ਦਾ ਸਮਾਂ, ਚੈੱਕਅਪ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ। ਸੋਮਵਾਰ ਤੋਂ 21 ਫਰਵਰੀ ਤੋਂ ਇਹ ਵਧਿਆ ਹੋਇਆ ਸਮਾਂ ਜਿਹੜਾ ਉਹ ਲਾਗੂ ਹੋ ਚੁੱਕਿਆ ਹੈ। ਹੁਣ ਜ਼ਿਆਦਾ ਮਰੀਜ਼ ਪੀਜੀਆਈ ਦੀ ਓਪੀਡੀ ਤੱਕ ਪਹੁੰਚ ਕਰ ਸਕਦੇ ਨੇ ਤੇ ਆਪਣਾ ਚੈੱਕਅਪ ਕਰਵਾ ਸਕਦੇ ਨੇ। ਪਹਿਲਾਂ ਮਰੀਜ਼ ਸਵੇਰੇ 8 ਵਜੇ ਤੋਂ 9 ਵਜੇ ਤੱਕ ਹੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਸੀ ਪਰ ਹੁਣ 8 ਤੋਂ 10 ਵਜੇ ਤੱਕ, ਸਵੇਰੇ 8 ਤੋਂ 10 ਵਜੇ ਤੱਕ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ। ਸਵੇਰੇ 10:30 ਵਜੇ ਤੋਂ ਲੈ ਕੇ 11:30 ਵਜੇ ਤੱਕ ਤੁਸੀਂ ਟੈਲੀ ਕੰਸਲਟੇਸ਼ਨ ਦੀ ਸੇਵਾ ਜਿਹੜੀ ਹੈ ਉਹ ਲੈ ਸਕਦੇ ਹੋ ਅਤੇ ਕਰੋਨਾ ਦੇ ਨਿਯਮਾਂ ਦੀ ਪਾਲਣਾ ਤੁਹਾਨੂੰ ਜ਼ਰੂਰ ਕਰਨੀ ਪਏਗੀ ਜੇ ਤੁਸੀਂ ਪੀਜੀਆਈ ਜਾਣਾ ਹੈ। ਪੰਜਾਬ ਦੇ ਵਿੱਚ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਦੇ ਲਈ ਇੱਕ ਚੰਗੀ ਖਬਰ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀਆਂ ਅਸਾਮੀਆਂ ਦੇ ਲਈ ਬੰਪਰ ਅਸਾਮੀਆਂ ਕੱਢੀਆਂ ਨੇ। 4000 ਤੋਂ ਵੱਧ ਪੋਸਟਾਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਤੇ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। 4161 ਅਸਾਮੀਆਂ ਭਰੀਆਂ ਜਾਣਗੀਆਂ। ਵਿਭਾਗ ਦੀ ਅਧਿਕਾਰਿਤ ਵੈਬਸਾਈਟ ਹੈ educationrecruitmentboard.com। ਇੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਪਹਿਲਾਂ ਅਪਲਾਈ ਕਰਨ ਦੀ ਆਖਰੀ ਮਿਤੀ 30 ਜਨਵਰੀ ਸੀ ਤੇ ਹੁਣ ਇਸ ਮਿਤੀ ਨੂੰ ਅੱਗੇ ਵਧਾ ਕੇ 10 ਮਾਰਚ 2022 ਕਰ ਦਿੱਤਾ ਗਿਆ ਹੈ।
ਗਣਿਤ ਦੀਆਂ 912 ਅਸਾਮੀਆਂ ਨੇ, ਵਿਗਿਆਨ ਵਿਸ਼ੇ ਦੀਆਂ 859 ਪੋਸਟਾਂ ਨੇ, ਹਿੰਦੀ ਦੀਆਂ 240 ਪੋਸਟਾਂ, ਪੰਜਾਬੀ ਦੀਆਂ 534 ਅਸਾਮੀਆਂ ਨੇ, ਸਮਾਜਿਕ ਵਿਗਿਆਨ ਦੀਆਂ 633 ਅਤੇ ਅੰਗਰੇਜ਼ੀ ਦੀਆਂ 790 ਪੋਸਟਾਂ ਕੱਢੀਆਂ ਗਈਆਂ ਨੇ। ਤੁਸੀਂ ਅਪਲਾਈ ਕਰ ਸਕਦੇ ਹੋ। ਉੱਥੇ ਸਾਰੀਆਂ ਜਿਹੜੀਆਂ ਸ਼ਰਤਾਂ ਹੈਗੀਆਂ ਨੇ ਕਿ ਅਪਲਾਈ ਕਰਨ ਦੇ ਵਾਸਤੇ ਤੁਹਾਡੇ ਕੋਲ ਕੀ ਹੋਣਾ ਜ਼ਰੂਰੀ ਹੈ, ਤੁਹਾਡੀ ਯੋਗਤਾ ਕੀ ਹੈ, ਸਾਰੀ ਉਸ ਵੈਬਸਾਈਟ ਦੇ ਉੱਤੇ ਦਿੱਤੀ ਹੋਈ ਹੈ ਜਾਣਕਾਰੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।